ਚੈਪਟਰ ਨੰਬਰ 2 ਸਟਾਰਟ ਕਰਨ ਲੱਗੇ ਹਾਂ ਕਲਾਸ 8 ਦਾ, ਦੈਟ ਇਜ਼ ਰੀਪਰੋਡਕਸ਼ਨ ਇਨ ਪਲਾਂਟਸ। ਇਹਦੇ ਵਿੱਚ ਮੇਨਲੀ ਆਪਾਂ ਪੜ੍ਹਾਂਗੇ ਕਿ ਜਿਹੜੇ ਪਲਾਂਟਸ ਹੁੰਦੇ ਆ ਉਹ ਕਿਵੇਂ ਰੀਪਰੋਡਿਊਸ ਕਰਦੇ ਆ। ਠੀਕ ਹੈ, ਤਾਂ ਫਸਟ ਟੌਪਿਕ ਆਪਣੇ ਕੋਲ ਰੀਪਰੋਡਕਸ਼ਨ। ਜਿਵੇਂ ਚੈਪਟਰ ਨੇਮ ਹੈ ਰੀਪਰੋਡਕਸ਼ਨ ਇਨ ਪਲਾਂਟਸ, ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਰੀਪਰੋਡਕਸ਼ਨ ਕੀ ਹੁੰਦਾ। ਰੀਪਰੋਡਕਸ਼ਨ ਇੱਕ ਬਾਇਓਲੋਜੀਕਲ ਪ੍ਰੋਸੈਸ ਹੈ। ਰੀਪਰੋਡਕਸ਼ਨ ਇੱਕ ਬਾਇਓਲੋਜੀਕਲ ਪ੍ਰੋਸੈਸ ਹੈ ਜਿਹਦੇ ਵਿੱਚ ਇੱਕ ਔਰਗੈਨਿਜ਼ਮ ਕੀ ਹੈ, ਜਿਵੇਂ ਕੋਈ ਇੱਕ ਔਰਗੈਨਿਜ਼ਮ ਹੋਊਗਾ, ਉਹ ਇੱਕ ਨਿਊ ਔਰਗੈਨਿਜ਼ਮ ਨੂੰ ਕੀ ਬਰਥ ਦਊਗਾ ਆਫ ਇਟਸ ਓਨ ਕਾਈਂਡ। ਠੀਕ ਹੈ, ਤਾਂ ਇਹਨੂੰ ਆਪਾਂ ਬੋਲਦੇ ਹਾਂ ਰੀਪਰੋਡਕਸ਼ਨ। ਇਹ ਇੱਕ ਅਸੈਂਸ਼ੀਅਲ ਲਾਈਫ ਪ੍ਰੋਸੈਸ ਹੈ, ਤਾਂ ਜੋ ਕਿ ਆਪਣੀ ਜਿਹੜੀ ਕੰਟੀਨਿਊਟੀ ਆਫ ਸਪੀਸੀਜ਼ ਹੈ, ਵੀ ਜਿਵੇਂ ਸਪੀਸੀਜ਼ ਕੰਟੀਨਿਊ ਹੋਈ ਜਾਣ ਇਨਵਾਇਰਮੈਂਟ ਵਿੱਚ, ਵੀ ਅਗਰ ਇੱਕ ਮਰਿਆ ਤਾਂ ਦੂਸਰਾ ਮਤਲਬ ਨਾਲ ਉਹਦੇ ਨਾਲ ਦਾ ਇੱਕ ਹੋਊਗਾ। ਠੀਕ ਹੈ, ਇਹ ਪ੍ਰੋਸੈਸ ਹੈ ਜਿਹੜਾ ਰੀਪਰੋਡਕਸ਼ਨ ਦਾ, ਇਹ ਸਾਰੇ ਲਿਵਿੰਗ ਔਰਗੈਨਿਜ਼ਮਸ ਵਿੱਚ ਹੁੰਦਾ, ਪਲਾਂਟਸ ਵਿੱਚ ਵੀ ਹੁੰਦਾ ਅਤੇ ਐਨੀਮਲਸ ਵਿੱਚ ਵੀ ਹੁੰਦਾ। ਪਲਾਂਟਸ ਵੀ ਰੀਪਰੋਡਿਊਸ ਕਰਦੇ ਆ, ਪਲਾਂਟਸ ਵੀ ਆਪਦੇ ਓਨ ਕਾਈਂਡ ਦੇ, ਆਪਦੇ ਸੇਮ ਕਾਈਂਡ ਦੇ ਮਤਲਬ ਕਿ ਯੰਗ ਵਨਸ ਨੂੰ ਦਿੰਦੇ ਆ ਬਰਥ, ਅਤੇ ਐਨੀਮਲਸ ਵੀ। ਠੀਕ ਹੈ, ਕਹਿੰਦੇ ਡਿਫਰੈਂਟ ਸਪੀਸ਼ੀਜ਼ ਜਿਹੜੇ ਹੁੰਦੇ ਆ, ਅਲੱਗ-ਅਲੱਗ ਸਪੀਸ਼ੀਜ਼ ਸੇਮ ਤਰ੍ਹਾਂ ਨਾਲ ਰੀਪਰੋਡਿਊਸ ਨਹੀਂ ਕਰਦੇ, ਹਰ ਇੱਕ ਅਲੱਗ-ਅਲੱਗ ਤਰੀਕੇ ਨਾਲ ਰੀਪਰੋਡਿਊਸ ਕਰਦੇ ਆ। ਕੁਛ ਕੁ ਰੀਪਰੋਡਿਊਸ ਕਰਦੇ ਆ ਬਾਈ ਲੇਇੰਗ ਐਗਸ, ਮਤਲਬ ਕੁਛ ਕੁ ਐਗਸ ਦਿੰਦੇ ਆ, ਐਗਸ ਵਿੱਚੋਂ ਕੀ ਹੈ ਯੰਗ ਵਨ ਪ੍ਰੋਡਿਊਸ ਹੁੰਦੇ ਆ। ਕੁਛ ਕੀ ਹੈ ਡਾਇਰੈਕਟਲੀ ਮਤਲਬ ਇੱਕ ਯੰਗ ਵਨ ਨੂੰ ਬਰਥ ਦਿੰਦੇ ਆ। ਠੀਕ ਹੈ, ਡਾਇਰੈਕਟਲੀ ਕਿਸੇ ਮਤਲਬ ਬੱਚੇ ਨੂੰ ਜਨਮ ਦੇਣਾ ਤਾਂ ਡਾਇਰੈਕਟਲੀ ਯੰਗ ਵਨ ਨੂੰ ਜਨਮ ਦਿੰਦੇ ਆ। ਅਤੇ ਕਈ ਔਰਗੈਨਿਜ਼ਮਸ ਹੈ ਜਿਹੜੇ ਮਤਲਬ ਕਿ ਆਪਦੇ ਪੈਰੈਂਟ ਦੀ ਬੋਡੀ ਤੋਂ ਹੀ ਗਰੋ ਹੁੰਦੇ ਆ। ਠੀਕ ਹੈ, ਤਾਂ ਇਹ ਸਾਰੇ ਨੂੰ ਆਪਾਂ ਟਾਈਪਸ ਆਫ ਰੀਪਰੋਡਕਸ਼ਨ ਵਿੱਚ ਸਟੱਡੀ ਕਰਾਂਗੇ, ਕਿਉਂਕਿ ਬਹੁਤ ਸਾਰੇ ਡਿਫਰੈਂਟ ਔਰਗੈਨਿਜ਼ਮਸ ਹੈ, ਡਿਫਰੈਂਟ ਵੇਜ਼ ਹੈ ਰੀਪਰੋਡਿਊਸ ਕਰਨ ਦੇ, ਤਾਂ ਹਰੇਕ ਦੀ ਅਲੱਗ-ਅਲੱਗ ਪੜ੍ਹਨੀ ਤਾਂ ਔਖੀ ਹੈ, ਅਤੇ ਇਹਨਾਂ ਸਾਰਿਆਂ ਨੂੰ ਇੱਕ ਟਾਈਪਸ ਦੇ ਵਿੱਚ ਮਤਲਬ ਕਲਾਸੀਫਾਈ ਕਰ ਦਿੱਤਾ ਗਿਆ। ਹੁਣ ਆਪਾਂ ਟਾਈਪਸ ਪੜ੍ਹਾਂਗੇ। ਟਾਈਪਸ ਦੋ ਤਰ੍ਹਾਂ ਦੀ ਹੁੰਦੀਆਂ, ਫਸਟ ਹੁੰਦੀ ਹੈ ਏਸੈਕਸ਼ੁਅਲ ਰੀਪਰੋਡਕਸ਼ਨ, ਸੈਕਿੰਡ ਹੁੰਦੀ ਹੈ ਸੈਕਸ਼ੁਅਲ ਰੀਪਰੋਡਕਸ਼ਨ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਰੀਡ ਕਰਾਂਗੇ ਕਿ ਏਸੈਕਸ਼ੁਅਲ ਰੀਪਰੋਡਕਸ਼ਨ ਕੀ ਹੁੰਦਾ। ਏਸੈਕਸ਼ੁਅਲ ਰੀਪਰੋਡਕਸ਼ਨ ਵਿੱਚ ਕੀ ਹੋਊਗਾ, ਇੱਕ ਸਿੰਗਲ ਪੇਰੈਂਟ ਇਨਵੋਲਵਡ ਹੋਊਗਾ, ਮਤਲਬ ਇੱਕ ਸਿੰਗਲ ਪੇਰੈਂਟ ਹੈ ਜਿਹੜਾ ਉਹ ਇੱਕ ਨਿਊ ਔਰਗੈਨਿਜ਼ਮ ਆਪਦੇ ਓਨ ਕਾਈਂਡ ਦੇ, ਆਪਦੇ ਸੇਮ ਕਾਈਂਡ ਦੇ ਨਿਊ ਔਰਗੈਨਿਜ਼ਮ ਨੂੰ ਬਰਥ ਦਊਗਾ। ਇਹਦੇ ਵਿੱਚ ਜਿਹੜਾ ਪੈਰੈਂਟ ਹੋਊਗਾ ਉਹ ਪੈਰੈਂਟ ਦੇ ਬਿਲਕੁਲ ਐਗਜ਼ੈਕਟਲੀ ਸੇਮ ਕਰੈਕਟਰਿਸਟਿਕ ਦਾ ਜਿਹੜਾ ਆਫਸਪ੍ਰਿੰਗ ਮਤਲਬ ਜੋ ਉਹਦੀ ਨਿਊ ਕਾਈਂਡ ਆਈ ਹੈ। ਠੀਕ ਹੈ, ਇਹ ਹੁੰਦਾ ਪੈਰੈਂਟ, ਜਿਹੜਾ ਪੈਰੈਂਟ ਤੋਂ ਨਿਊ ਆਇਆ ਉਹਨੂੰ ਬੋਲਦੇ ਆਪਾਂ ਆਫਸਪ੍ਰਿੰਗ। ਠੀਕ ਹੈ, ਤਾਂ ਇਹਦੇ ਵਿੱਚ ਸਿਰਫ ਸਿੰਗਲ ਪੈਰੈਂਟ ਹੋਊਗਾ, ਸਿੰਗਲ ਪੈਰੈਂਟ ਕੀ ਦਊਗਾ ਆਪਦੇ ਸੇਮ ਕਰੈਕਟਰਿਸਟਿਕ ਦਾ ਇੱਕ ਆਫਸਪ੍ਰਿੰਗ ਹੋਊਗਾ। ਠੀਕ ਹੈ, ਜਿਵੇਂ ਹਾਈਡਰਾ, ਬੈਕਟੀਰੀਆ, ਫੰਜਾਈ, ਅਮੀਬਾ, ਇਹ ਸਾਰੇ ਜਿਹੜੇ ਹੁੰਦੇ ਆ ਇਹ ਏਸੈਕਸ਼ੁਅਲ ਰੀਪਰੋਡਕਸ਼ਨ ਕਰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਸੈਕਸ਼ੁਅਲ ਰੀਪਰੋਡਕਸ਼ਨ। ਜਿਵੇਂ ਏਸੈਕਸ਼ੁਅਲ ਵਿੱਚ ਤਾਂ ਇਕੱਲਾ ਇੱਕ ਪੈਰੈਂਟ ਇਨਵੋਲਵ ਸੀਗਾ, ਸੈਕਸ਼ੁਅਲ ਰੀਪਰੋਡਕਸ਼ਨ ਵਿੱਚ ਦੋ ਮਤਲਬ ਪੈਰੈਂਟਸ ਹੁੰਦੇ ਆ, ਮੇਲ ਅਤੇ ਫੀਮੇਲ। ਇਹਦੇ ਵਿੱਚ ਦੋ ਮੇਲ ਅਤੇ ਫੀਮੇਲ ਹੋਣਗੇ ਇਨਵੋਲਵਡ। ਮੇਲ ਅਤੇ ਫੀਮੇਲ ਜਿਹੜਾ ਹੈਗਾ ਉਹ ਮਤਲਬ ਕਿ ਪ੍ਰੋਡਿਊਸ ਕਰਨਗੇ ਇੱਕ ਸਪੈਸੀਫਿਕ ਸੈਲਸ, ਇੱਕ ਸੈਕਸ ਸੈਲਸ ਪ੍ਰੋਡਿਊਸ ਕਰਨਗੇ, ਸਪੈਸੀਫਿਕ ਸੈਲਸ ਪ੍ਰੋਡਿਊਸ ਕਰਨਗੇ ਜਿਹਨੂੰ ਆਪਾਂ ਬੋਲਾਂਗੇ ਗੈਮੀਟਸ। ਠੀਕ ਹੈ, ਮੇਲ ਅਤੇ ਫੀਮੇਲ ਜਦੋਂ ਮਤਲਬ ਕਿ ਹੋਣਗੇ ਆਪਣਾ ਟੂ ਔਰਗੈਨਿਜ਼ਮਸ ਹੁੰਦੇ ਆ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ, ਤਾਂ ਉਹ ਇੱਕ ਸਪੈਸੀਫਿਕ ਸੈੱਲ ਪ੍ਰੋਡਿਊਸ ਕਰਨਗੇ, ਉਹਨੂੰ ਬੋਲਦੇ ਆ ਗੈਮੀਟਸ। ਅਤੇ ਇਹ ਗੈਮੀਟਸ ਜਦੋਂ ਗੈਮੀਟਸ ਬਣ ਜਾਂਦੀ ਹੈ, ਇਹ ਗੈਮੀਟ ਹੌਲੀ ਹੌਲੀ ਕੀ ਹੈ ਨਿਊ ਔਰਗੈਨਿਜ਼ਮ ਬਣਾ ਦਿੰਦਾ। ਠੀਕ ਹੈ, ਤਾਂ ਨਿਊ ਔਰਗੈਨਿਜ਼ਮ ਕਿੱਥੋਂ ਬਣਿਆ, ਮੇਲ ਅਤੇ ਫੀਮੇਲ ਗੈਮੀਟ ਤੋਂ, ਮੇਲ ਅਤੇ ਫੀਮੇਲ ਤੋਂ, ਦੋਨਾਂ ਤੋਂ। ਅਤੇ ਇਹਦੇ ਵਿੱਚ ਆਪਾਂ ਕਦੇ ਵੀ ਸਿੰਗਲ ਪੈਰੈਂਟ ਨਹੀਂ ਹੋ ਸਕਦਾ, ਦੋਨੋਂ ਕੀ ਹੈ ਦੋ ਮਤਲਬ ਹੋਣੇ ਚਾਹੀਦੇ ਆ ਪੈਰੈਂਟਸ ਇਹਦੇ। ਅਤੇ ਜਿਹੜਾ ਨਿਊ ਆਫਸਪ੍ਰਿੰਗ ਆਇਆ, ਇਹਦੇ ਵਿੱਚ ਨਿਊ ਆਫਸਪ੍ਰਿੰਗ ਆਇਆ, ਇਹਦੀਆਂ ਜਿਹੜੀਆਂ ਪ੍ਰੋਪਰਟੀਜ਼ ਹੋਣਗੀਆਂ, ਇਹਦੇ ਜਿਹੜੇ ਕਰੈਕਟਰਿਸਟਿਕਸ ਹੋਣਗੇ ਉਹ ਮੇਲ ਅਤੇ ਫੀਮੇਲ ਦੋਨੇ ਪੈਰੈਂਟਸ ਦੇ ਵਰਗੇ ਹੋਣਗੇ। ਤਾਂ ਇਹ ਹੁੰਦੀ ਆਪਣੇ ਕੋਲ ਸੈਕਸ਼ੁਅਲ ਰੀਪਰੋਡਕਸ਼ਨ। ਹੁਣ ਆਪਾਂ ਪੜ੍ਹਨੀ ਹੈ ਪਲਾਂਟਸ ਵਿੱਚ। ਪਲਾਂਟਸ ਕੀ ਹੈ, ਸੈਕਸ਼ੁਅਲੀ ਵੀ ਰੀਪਰੋਡਿਊਸ ਕਰ ਸਕਦੇ ਆ, ਸੈਕਸ਼ੁਅਲੀ ਮਤਲਬ ਬੋਥ ਪੇਰੈਂਟਸ ਇਨਵੋਲਵਡ। ਏਸੈਕਸ਼ੁਅਲੀ ਵੀ ਰੀਪਰੋਡਿਊਸ ਕਰ ਸਕਦੇ ਜਿਹਦੇ ਵਿੱਚ ਇਕੱਲਾ ਇੱਕ ਪੈਰੈਂਟ ਇਨਵੋਲਵ ਹੁੰਦਾ। ਤਾਂ ਇਹਦੇ ਵਿੱਚ ਪਹਿਲਾਂ ਆਪਾਂ ਏਸੈਕਸ਼ੁਅਲ ਰੀਪਰੋਡਕਸ਼ਨ ਬਾਰੇ ਪੜ੍ਹਾਂਗੇ ਪਲਾਂਟਸ ਦਾ, ਫਿਰ ਆਪਾਂ ਪੜ੍ਹਾਂਗੇ ਸੈਕਸ਼ੁਅਲ ਰੀਪਰੋਡਕਸ਼ਨ ਬਾਰੇ। ਤਾਂ ਏਸੈਕਸ਼ੁਅਲ ਰੀਪਰੋਡਕਸ਼ਨ ਵਿੱਚ ਮੇਨਲੀ ਆਪਾਂ ਪੜ੍ਹਾਂਗੇ ਸਪੋਰ ਫਾਰਮੇਸ਼ਨ, ਵੈਜੀਟੇਟਿਵ ਪ੍ਰੋਪਾਗੇਸ਼ਨ, ਅਤੇ ਅੱਗੇ ਵੀ ਇੱਕ ਦੋ ਹੈਗੇ ਉਹ ਵੀ ਪੜ੍ਹਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਦੋ ਪੜ੍ਹ ਲਈਏ। ਸਪੋਰ ਫਾਰਮੇਸ਼ਨ ਦੇਖੋ ਕੀ ਹੁੰਦਾ। ਸਪੋਰ ਫਾਰਮੇਸ਼ਨ ਇੱਕ ਰੀਪਰੋਡਕਟਿਵ ਸੈਲਸ ਹੁੰਦੇ ਆ, ਮਤਲਬ ਸਪੋਰਸ ਆਰ ਦਾ ਰੀਪਰੋਡਕਟਿਵ ਸੈਲਸ ਦੈਟ ਆਰ ਪ੍ਰੋਡਿਊਸਡ ਬਾਈ ਸਮ ਬੈਕਟੀਰੀਆ, ਵੀ ਜਿਹੜੇ ਕੁਛ ਕੁ ਬੈਕਟੀਰੀਆ, ਮੋਲਡਸ ਜਾਂ ਫੰਗਸ, ਕੁਛ ਇੱਦਾਂ ਦੀ ਸਟਰਕਚਰ ਮਤਲਬ ਦੇ ਪਲਾਂਟਸ ਕੋਲ ਹੁੰਦੀ ਹੈ। ਇਹ ਪਲਾਂਟਸ ਦੇ ਉੱਪਰ ਨਾ ਸੈੱਲ ਗਰੋ ਕਰਨਾ ਸ਼ੁਰੂ ਹੋ ਜਾਂਦੇ ਆ, ਅਤੇ ਜਿਹੜੇ ਇਹ ਸਪੋਰਸ ਹੁੰਦੇ ਆ, ਛੋਟੇ ਛੋਟੇ ਪੋਰਸ ਹੁੰਦੇ ਆ ਇਹਨਾਂ ਵਿੱਚ, ਉਹ ਪੋਰਸ ਕੀ ਇੱਕ ਸਟਰਕਚਰ ਉੱਪਰ ਇੱਕ ਇੱਦਾਂ ਦੀ ਸਟਰਕਚਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਗੈਬੂਲਰ ਸਟਰਕਚਰ ਬੋਲਦੇ ਆ। ਤਾਂ ਉਹਨੂੰ ਆਪਾਂ ਬੋਲਦੇ ਹਾਂ ਸਪੋਰੈਂਗੀਆ ਜਿਹਨੂੰ ਸਪੋਰੈਂਜੀਅਮ ਵੀ ਬੋਲਦੇ ਆ। ਅਤੇ ਜਦੋਂ ਸਪੋਰੈਂਜੀਅਮ ਇਹ ਬਰਾਊਨ ਜਿਹੜੇ ਹੈਗੇ ਮੈਚਿਓਰ ਕਰਦੇ ਆ, ਤਾਂ ਮੈਚਿਓਰ ਕਰਕੇ
ਇਹ ਇੱਕ ਹੋਰ ਰਿਲੀਜ਼ ਕਰਦੇ ਆ ਸਪੋਰਸ ਨੂੰ, ਤੇ ਉਹ ਸਪੋਰ ਵਿੱਚੋਂ ਨਿਊ ਇੰਡੀਵਿਜੂਅਲ ਬਰਥ ਲੈਂਦਾ ਹੈ। ਠੀਕ ਹੈ, ਇਹ ਜਿਹੜੇ ਹੈਗੇ ਆ ਇਹ ਦੂਜੇ ਪਲਾਂਟ ਤੱਕ ਕਿਵੇਂ ਚੱਲ ਜਾਂਦੇ ਆ, ਬਾਈ ਦਾ ਹੈਲਪ ਆਫ ਵਿੰਡ ਐਂਡ ਵਾਟਰ। ਠੀਕ ਹੈ, ਤਾਂ ਇਹ ਕੀ ਹੈ, ਮੇਨਲੀ ਸਪੋਰਸ ਥਰੂ ਨਿਊ ਆਰਗੈਨਿਜ਼ਮ ਨੂੰ ਬਰਥ ਮਿਲਦਾ। ਨੈਕਸਟ ਆ ਗਿਆ ਆਪਣੇ ਕੋਲ ਵੈਜੀਟੇਟਿਵ ਪ੍ਰੋਪਾਗੇਸ਼ਨ। ਵੈਜੀਟੇਟਿਵ ਪ੍ਰੋਪਾਗੇਸ਼ਨ ਕੀ ਹੋਊਗਾ, ਇੱਕ ਨਿਊ ਪਲਾਂਟ ਗਰੋ ਹੋਊਗਾ। ਕਿੱਥੋਂ ਗਰੋ ਹੋਊਗਾ, ਫਰੋਮ ਦ ਵੈਜੀਟੇਟਿਵ ਪਾਰਟਸ ਆਫ ਪਲਾਂਟ। ਵੈਜੀਟੇਟਿਵ ਪਾਰਟਸ ਆਫ ਪਲਾਂਟ ਕਿਹੜੇ ਕਿਹੜੇ ਹੁੰਦੇ ਆ, ਰੂਟਸ, ਸਟੈਮ, ਲੀਫ। ਜਿਵੇਂ ਮੰਨ ਲਓ ਆਪਣੇ ਕੋਲ ਇਹ ਪਲਾਂਟ ਹੈ, ਠੀਕ ਹੈ, ਇਹ ਪਲਾਂਟ ਹੈ, ਪਲਾਂਟ ਦੀਆਂ ਰੂਟਸ ਤੋਂ ਜਾਂ ਉਹਦੀ ਸਟੈਮ ਤੋਂ ਜਾਂ ਉਹਦੀ ਲੀਫ ਤੋਂ, ਇੱਥੋਂ ਮਤਲਬ ਵੈਜੀਟੇਟਿਵ ਪਾਰਟਸ ਬੋਲਦੇ ਆ ਇਹਨੂੰ, ਇੱਥੋਂ ਇੱਕ ਨਿਊ ਪਲਾਂਟ ਕੀ ਹੈ ਰੀਜਨਰੇਟ ਮਤਲਬ ਰੀਪਰੋਡਿਊਸ ਹੋਊਗਾ। ਇਹ ਪਰ ਹਾਇਰ ਪਲਾਂਟਸ ਵਿੱਚ ਹੁੰਦੇ ਆ, ਥੋੜ੍ਹੇ ਵੱਡੇ ਪਲਾਂਟਸ ਵਿੱਚ ਹੁੰਦੇ ਆ। ਕਿਵੇਂ ਹੁੰਦੇ ਆ, ਇਹਨਾਂ ਵਿੱਚ ਨਾ ਰੂਟਸ ਵਿੱਚ ਜਾਂ ਸਟੈਮ ਵਿੱਚ ਜਾਂ ਲੀਫ ਵਿੱਚ ਇੱਕ ਬਡ ਪ੍ਰੈਜੈਂਟ ਹੁੰਦਾ ਹੈ। ਬਡ ਕੀ ਕਰਦਾ ਹੈ, ਬਡ ਹੌਲੀ ਹੌਲੀ, ਇੱਕ ਬਡ ਮਤਲਬ ਬਹੁਤ ਛੋਟੀ ਜਿਹੀ ਚੀਜ਼ ਪ੍ਰੈਜੈਂਟ ਹੁੰਦੀ ਹੈ, ਉਹ ਹੌਲੀ ਹੌਲੀ ਕੀ ਹੈ ਨਿਊ ਪਲਾਂਟ ਵਿੱਚ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ, ਇੱਕ ਨਿਊ ਪਲਾਂਟ ਨੂੰ ਗਰੋਥ ਦਿੰਦਾ ਉਹ। ਪਰ ਜਿਹੜੀ ਵੈਜੀਟੇਟਿਵ ਪ੍ਰੋਪਾਗੇਸ਼ਨ ਹੈ ਇਹ ਦੋ ਮੈਥਡਸ ਨਾਲ ਹੁੰਦੀ ਹੈ, ਜਾਂ ਤਾਂ ਨੈਚੁਰਲ ਮੈਥਡ ਹੋਊਗਾ ਜਾਂ ਆਰਟੀਫਿਸ਼ੀਅਲ ਮੈਥਡ ਹੋਊਗਾ। ਨੈਚੁਰਲ ਮੈਥਡ ਵਿੱਚ ਤਾਂ ਵੀ ਰੂਟਸ ਥਰੂ, ਸਟੈਮ ਥਰੂ ਜਾਂ ਲੀਵਸ ਥਰੂ ਹੋ ਗਿਆ, ਉਹ ਨੈਚੁਰਲ ਮੈਥਡ ਹੈ। ਆਰਟੀਫਿਸ਼ੀਅਲ ਮੈਥਡ ਆਪਾਂ ਪੜਾਂਗੇ ਕਟਿੰਗ, ਗ੍ਰਾਫਟਿੰਗ, ਲੇਅਰਿੰਗ, ਉਹ ਆਰਟੀਫਿਸ਼ੀਅਲ ਮੈਥਡ ਵੀ ਆਪਾਂ ਆਪ ਮਤਲਬ ਉਹਨਾਂ ਨੂੰ ਰੀਪਰੋਡਿਊਸ ਕਰਾ ਸਕਦੇ ਹਾਂ। ਠੀਕ ਹੈ, ਤਾਂ ਫਸਟ ਆ ਗਿਆ ਨੈਚੁਰਲ ਵੈਜੀਟੇਟਿਵ ਪ੍ਰੋਪਾਗੇਸ਼ਨ। ਫਸਟ ਆ ਗਿਆ ਬਾਈ ਰੂਟਸ, ਵੀ ਬਾਈ ਰੂਟਸ ਜਿਹੜੇ ਹੈਗੇ ਆ ਨਿਊ ਪਲਾਂਟਸ ਕਿਵੇਂ ਰੀਜਨਰੇਟ ਹੁੰਦੇ ਆ। ਦ ਟਿਊਬਰਸ ਰੂਟਸ ਆਫ ਪਲਾਂਟਸ ਦੇ ਸਵੀਟ ਪੋਟੈਟੋ, ਜਿਹੜੇ ਸਵੀਟ ਪੋਟੈਟੋ ਦੇ ਰੂਟਸ ਹੁੰਦੇ ਆ, ਡਾਲੀਆ, ਗੁਆਵਾ, ਮਿੰਟ ਬੀਅਰ, ਇਹਨਾਂ ਸਾਰਿਆਂ ਦੇ ਰੂਟਸ ਵਿੱਚ ਬਰਡਸ ਲੱਗੇ ਹੁੰਦੇ ਆ। ਠੀਕ ਹੈ, ਅਤੇ ਜਦੋਂ ਹੀ ਆਪਾਂ ਇਹਨਾਂ ਦੇ ਰੂਟਸ ਨੂੰ ਕੀ ਹੈ ਸੋਇਲ ਦੇ ਵਿੱਚ ਪਾਉਂਦੇ ਹਾਂ, ਕਿਉਂਕਿ ਸੋਇਲ ਦੇ ਵਿੱਚ ਰੂਟਸ ਪਾਵਾਂਗੇ ਤਾਂ ਹੀ ਹੌਲੀ ਹੌਲੀ ਪਲਾਂਟ ਬਣੂਗਾ ਨਾ। ਤਾਂ ਜਿਹੜਾ ਨਿਊ ਪਲਾਂਟ ਪ੍ਰੋਡਿਊਸ ਹੁੰਦਾ ਹੈ ਉਹ ਹੁੰਦਾ ਹੈ ਵੈਜੀਟੇਟਿਵ ਪ੍ਰੋਪਾਗੇਸ਼ਨ ਥਰੂ। ਮਤਲਬ ਆਪਾਂ ਰੂਟਸ ਪਾਤੇ ਬਸ ਮਿੱਟੀ ਵਿੱਚ, ਤਾਂ ਰੂਟਸ ਵਿੱਚ ਕੀ ਹੋਣਗੇ, ਬਰਡਸ ਹੋਣਗੇ। ਉਹ ਬਰਡਸ ਹੌਲੀ ਹੌਲੀ ਕੀ ਉੱਪਰ ਨਿਊ ਪਲਾਂਟ ਨੂੰ ਗਰੋ ਕਰਵਾ ਦੂਗਾ। ਜਿਵੇਂ ਕਿ ਰੂਟਸ ਆਫ ਕੈਰਟ, ਟਰਨਿਪ, ਰੈਡਿਸ਼, ਇਹਨਾਂ ਸਾਰਿਆਂ ਕੋਲ ਕੀ ਹੈ ਬੇਸ ਦੇ ਉੱਪਰ ਓਲਡ ਸਟੈਮ ਦੇ ਨੀਚੇ ਕੀ ਹੈ ਬਰਡਸ ਲੱਗੇ ਹੁੰਦੇ ਆ, ਅਤੇ ਬਰਡਸ ਤੋਂ ਉੱਪਰ ਕੀ ਹੈ ਫਿਰ ਨਿਊ ਪਲਾਂਟਸ ਗਰੋ ਹੋਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਇਹ ਤਾਂ ਹੋ ਗਿਆ ਬਾਈ ਰੂਟਸ। ਨੈਕਸਟ ਆ ਗਿਆ ਬਾਈ ਸਟੈਮ। ਸਟੈਮ ਵੀ ਜਿਹੜਾ ਬਹੁਤ ਕਾਫੀ ਵਧੀਆ ਮਤਲਬ ਵੇ ਹੈ ਵੈਜੀਟੇਟਿਵ ਪ੍ਰੋਪਾਗੇਸ਼ਨ ਦਾ। ਇਹਦੇ ਵਿੱਚ ਕੀ ਹੈ, ਜਿਹੜੇ ਕੁਛ ਕੁ ਪਲਾਂਟਸ ਹੁੰਦੇ ਜਿਵੇਂ ਕਿ ਅੰਡਰਗਰਾਊਂਡ, ਜਿਹੜੇ ਕਿ ਪਾਣੀ ਵਿੱਚ ਹੀ ਰਹਿੰਦੇ ਹੁੰਦੇ ਆ, ਜਿਨ੍ਹਾਂ ਦੀ ਸਟੈਮਸ ਵਗੈਰਾ, ਉਹ ਮੇਨਲੀ ਬਾਈ ਸਟੈਮ ਜਿਹੜਾ ਹੈਗਾ ਵੈਜੀਟੇਟਿਵ ਪ੍ਰੋਪਾਗੇਸ਼ਨ ਨਾਲ ਰੀਪਰੋਡਿਊਸ ਕਰਦੇ ਆ। ਜਿਹੜੀ ਅੰਡਰਗਰਾਊਂਡ ਸਟੈਮ ਹੁੰਦੀ ਹੈ ਨਾ ਪਲਾਂਟਸ ਦੀ, ਉਹ ਅੰਡਰਗਰਾਊਂਡ ਸਟੈਮ, ਉਹ ਪਾਣੀ ਦੇ ਵਿੱਚ ਜਿਹੜੀ ਸਟੈਮ ਹੁੰਦੀ ਹੈ, ਉਹ ਸਟੈਮ ਦੇ ਵਿੱਚ ਕੀ ਹੈ ਬਰਡਸ ਲੱਗੇ ਹੁੰਦੇ ਆ। ਅਤੇ ਬਰਡਸ ਕੀ ਹੈ ਵੈਜੀਟੇਟਿਵ ਪ੍ਰੋਪਾਗੇਸ਼ਨ ਲਈ ਹੈਲਪਫੁਲ ਹੁੰਦੇ ਆ, ਜਿਵੇਂ ਕਿ ਰਾਈਜ਼ੋਮ, ਟਿਊਬਰ, ਬਲਬ, ਕੋਰਮ, ਇਹ ਸਾਰੇ ਅੰਡਰਗਰਾਊਂਡ ਸਟੈਮਸ ਹੈ ਜਿਹੜੇ ਮਤਲਬ ਕਿ ਪ੍ਰੈਜੈਂਟ ਹੁੰਦੇ ਆ ਇੱਕ ਪਲਾਂਟ ਦੇ ਵਿੱਚ। ਨੈਕਸਟ ਆ ਗਿਆ ਰਾਈਜ਼ੋਮ। ਹੁਣ ਰਾਈਜ਼ੋਮ ਕੀ ਹੁੰਦਾ ਹੈ, ਰਾਈਜ਼ੋਮ ਇੱਕ ਸ਼ਾਰਟ ਸਵੋਲਨ ਅੰਡਰਗਰਾਊਂਡ ਸਟੈਮ ਹੁੰਦੀ ਹੈ ਜਿਹਦੇ ਵਿੱਚ ਬਰਡਸ ਲੱਗੇ ਹੁੰਦੇ ਆ, ਨੋਡਸ ਹੁੰਦੇ ਆ, ਇੰਟਰਨੋਡਸ ਅਤੇ ਰੂਟਸ। ਠੀਕ ਹੈ, ਇਹ ਹੁੰਦਾ ਰਾਈਜ਼ੋਮ ਆਪਣੇ ਕੋਲ। ਰਾਈਜ਼ੋਮ ਅੰਡਰਗਰਾਊਂਡ ਹੁੰਦਾ ਮਤਲਬ ਮਿੱਟੀ ਦੇ ਅੰਦਰ ਗਰੋ ਕਰਦਾ ਹੁੰਦਾ, ਅਤੇ ਉਹ ਰੂਟਸ ਦੇ ਉੱਪਰ ਬਰਡਸ, ਨੋਡਸ, ਇੰਟਰਨੋਡਸ ਅਤੇ ਰੂਟਸ, ਇਹ ਸਾਰਾ ਕੁਛ ਮਤਲਬ ਉਹਦੇ ਸਟੈਮ ਦੇ ਵਿੱਚ ਪ੍ਰੈਜੈਂਟ ਹੁੰਦੀ ਹੈ। ਤਾਂ ਇੱਕ ਨਿਊ ਪਲਾਂਟ ਕਿੱਥੋਂ ਸ਼ੁਰੂ ਹੁੰਦਾ ਹੈ, ਉਹਦੇ ਬਡ ਤੋਂ, ਜੋ ਉਹਦਾ ਬਡ ਲੱਗਾ ਹੁੰਦਾ, ਬਡ ਤੋਂ ਇੱਕ ਨਿਊ ਮਤਲਬ ਕਿ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿ ਜਿੰਜਰ ਅਤੇ ਬਨਾਨਾ, ਇਹ ਰਾਈਜ਼ੋਮਸ ਤੋਂ ਸ਼ੁਰੂ ਹੁੰਦੇ ਆ ਮਤਲਬ ਗਰੋ ਕਰਨੇ। ਟਿਊਬਰ ਕੀ ਹੁੰਦਾ, ਦੇਖੋ ਇੱਦਾਂ ਦਾ, ਜਿਵੇਂ ਆਲੂ ਦੇ ਉੱਪਰ ਦਾ ਸਵੋਲਨ ਪਾਰਟ ਨਹੀਂ ਹੁੰਦਾ, ਉਵੇਂ ਇਹ ਟਿਊਬਰ ਹੁੰਦਾ। ਟਿਊਬਰ ਇੱਕ ਸਵੋਲਨ ਅਤੇ ਅੰਡਰਗਰਾਊਂਡ ਸਟੈਮ ਹੈ ਜਿਹਦੇ ਵਿੱਚ ਕੀ ਹੈ ਫੂਡ ਵਗੈਰਾ ਸਟੋਰ ਹੋ ਕੇ ਰਹਿੰਦਾ ਹੈ। ਇਹਦੇ ਵਿੱਚ ਕੀ ਹੈ ਆਈਜ਼ ਮਤਲਬ ਕੁਛ ਕੁ ਪੋਰਸ ਹੁੰਦੇ ਆ, ਨੋਡਸ, ਪੋਰਸ ਹੁੰਦੇ ਆ ਇਹਦੇ ਉੱਪਰ, ਸਰਫੇਸ, ਪੂਰੀ ਸਰਫੇਸ ਦੇ ਉੱਪਰ ਇਹਨਾਂ ਦੇ ਬਰਡਸ ਲੱਗੇ ਹੁੰਦੇ ਆ। ਅਤੇ ਇਹ ਬਰਡ ਕੀ ਹੈ ਜਦੋਂ ਆਪਾਂ ਇਹਨੂੰ ਮਤਲਬ ਮੋਇਸਟ ਸੋਇਲ ਵਿੱਚ ਪਾਉਂਦੇ ਹਾਂ, ਇਹ ਵਾਲੇ ਬਰਡਸ ਨੂੰ ਜਦੋਂ ਆਪਾਂ ਮਿੱਟੀ ਵਿੱਚ ਪਾਉਂਦੇ ਹਾਂ ਤਾਂ ਹੌਲੀ ਹੌਲੀ ਕੀ ਹੈ ਇਹ ਨਿਊ ਪੋਟੈਟੋਜ਼ ਨੂੰ ਬਰਥ ਦੇਣਾ ਸ਼ੁਰੂ ਕਰਦੇ ਆ, ਅਤੇ ਇਹ ਹੁੰਦਾ ਟਿਊਬਰ। ਠੀਕ ਹੈ, ਨੈਕਸਟ ਆ ਗਿਆ ਬਲਬ। ਬਲਬ ਜਿਵੇਂ ਆ ਦੇਖੋ, ਜਿਵੇਂ ਆਪਣੇ ਅਨੀਅਨ ਦੇ ਉੱਪਰ ਇੱਦਾਂ ਦੀ ਚੀਜ਼ ਹੁੰਦੀ ਹੈ ਨਾ, ਉਹਨੂੰ ਬੋਲਦੇ ਆਪਾਂ ਬਲਬ। ਬਲਬ ਇੱਕ ਸਮਾਲ ਡਿਸਕ ਲਾਈਕ ਸਟੈਮ ਹੁੰਦੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਲੀਵਸ, ਸਕੇਲ ਆਫ ਲੀਵਸ ਹੁੰਦੀਆਂ ਜਿਹੜਾ ਫੂਡ ਮਟੀਰੀਅਲ ਨੂੰ ਸਟੋਰ ਕਰਕੇ ਰੱਖਦੀਆਂ। ਇਹਨਾਂ ਦੀ ਲੀਵਸ ਦੇ ਉੱਪਰ ਬਿਲਕੁਲ ਟਿਪ 'ਤੇ ਇੱਕ ਬਡ ਲੱਗਾ ਹੁੰਦਾ, ਅਤੇ ਉਹ ਬਡ ਕੀ ਹੈ ਏਰੀਅਲ ਫਲਾਵਰਿੰਗ ਸ਼ੂਟ ਵਿੱਚ ਡਿਵੈਲਪ ਹੋ ਜਾਂਦਾ। ਮਤਲਬ ਕਿ ਇਹਦੇ ਉੱਪਰ ਜੋ ਵੀ ਸਕੇਲਸ ਵਗੈਰਾ ਹੁੰਦੇ, ਜੋ ਵੀ ਬਰਡਸ ਵਗੈਰਾ ਹੁੰਦੇ ਆ, ਉਹ ਨਿਊ ਮਤਲਬ ਕਿ ਪਲਾਂਟਸ ਨੂੰ ਰੀਪਰੋਡਿਊਸ ਕਰਦੇ, ਜਿਵੇਂ ਅਨੀਅਨ, ਗਾਰਲਿਕ, ਲਿਲੀ, ਇਹ ਸਾਰੇ ਇਹਨਾਂ ਨਾਲ ਗਰੋ ਹੁੰਦੇ ਆ। ਨੈਕਸਟ ਆ ਗਿਆ ਕੋਰਮ। ਕੋਰਮ ਮਤਲਬ ਕੁਛ ਇੱਦਾਂ ਦਾ। ਠੀਕ ਹੈ, ਇਹਦੇ ਵਿੱਚ ਕੀ ਹੋਊਗਾ, ਜਿਹੜੇ ਰਾਈਜ਼ੋਮ ਹੁੰਦੇ ਉਹ ਕੰਡੈਂਸਡ ਹੁੰਦੇ, ਮਤਲਬ ਕਾਫੀ ਸਾਰੇ ਰਾਈਜ਼ੋਮ, ਕਾਫੀ ਸਾਰੀਆਂ ਰੂਟਸ ਮਤਲਬ ਇੱਦਾਂ ਦੀ ਕੰਡੈਂਸਡ ਹੁੰਦੀਆਂ, ਅਤੇ ਇਹ ਵਰਟੀਕਲੀ ਗਰਾਊਂਡ 'ਤੇ ਕੀ ਹੈ ਪਲਾਂਟ ਸਟੈਮ ਦੇ ਨਾਲ ਗਰੋ ਕਰਦੀ ਰਹਿੰਦੀ ਹੈ। ਇਹ ਵੀ ਫੂਡ ਸਟੋਰੇਜ ਔਰਗਨ ਮਤਲਬ ਐਜ਼ ਅ ਕੰਮ ਕਰਦੀ ਹੈ, ਫੂਡ ਨੂੰ ਸਟੋਰ ਕਰਦੀ, ਮਤਲਬ ਫੂਡ ਬਣਾਉਂਦੀ ਹੈ ਇੱਥੇ ਵੀ। ਅਤੇ ਕੋਰਮ ਦੇ ਉੱਪਰ ਵੀ ਕਾਫੀ ਸਾਰੇ ਲੀਵਸ ਲੱਗੇ ਹੁੰਦੇ ਆ। ਠੀਕ ਹੈ, ਇਹ ਲੀਵਸ ਵਿੱਚ ਵੀ ਕੀ ਹੁੰਦੇ ਆ
ਬਰਡਸ ਹੁੰਦੇ ਆ, ਬਰਡਸ ਹੌਲੀ ਹੌਲੀ ਕੀ ਹੈ ਨਿਊ ਕਾਰਮ ਨੂੰ ਮਤਲਬ ਗਰੋ ਕਰਦਾ ਰਹਿੰਦਾ, ਜਿਵੇਂ ਕਿ ਆਹ ਵਾਲੇ ਪਲਾਂਟਸ ਹੈ ਇਹ ਪ੍ਰੋਡਿਊਸ ਕਰਦੇ ਆ ਕਾਰਮ ਥਰੂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਰਨਰ। ਰਨਰ ਕੀ ਹੁੰਦੀ ਹੈ? ਇੱਕ ਹੌਰੀਜੋਨਟਲ ਬ੍ਰਾਂਚ। ਇੱਕ ਨਾ ਜਦੋਂ ਪਲਾਂਟ ਗਰੋ ਕਰਦਾ ਹੈ ਇੱਕ ਕਈ ਵਾਰ ਉਹਦੀ ਹੌਰੀਜੋਨਟਲ ਬ੍ਰਾਂਚ ਇੱਦਾਂ ਆਉਣੀ ਸ਼ੁਰੂ ਹੋ ਜਾਂਦੀ ਆ ਵਾਲੀ, ਤਾਂ ਇਹ ਬ੍ਰਾਂਚ ਨੂੰ ਆਪਾਂ ਬੋਲਦੇ ਹਾਂ ਜਿਹੜੀ ਬੇਸ ਆਫ ਸਟੈਮ 'ਤੇ ਪ੍ਰੈਜ਼ੈਂਟ ਹੁੰਦੀ ਹੈ ਉਹਨੂੰ ਬੋਲਦੇ ਆਪਾਂ ਰਨਰ। ਰਨਰ ਕੀ ਹੈ? ਆਲਮੋਸਟ ਮਤਲਬ ਕਿ ਗਰੋ ਕਰਦਾ ਰਹਿੰਦਾ ਪੈਰਲਲੀ, ਪੈਰਲਲ ਗਰਾਊਂਡ 'ਤੇ ਗਰੋ ਕਰ, ਜਿਵੇਂ ਆਹ ਗਰਾਊਂਡ ਹੈ ਅਤੇ ਇਹਦੇ ਪੈਰਲਲ ਬਿਲਕੁਲ ਰਨਰ ਗਰੋ ਕਰਦਾ ਹੈ। ਰਨਰ ਦੇ ਵਿੱਚ ਵੀ ਇੰਟਰਨੋਡਸ ਹੁੰਦੇ ਆ, ਰਨਰ ਦੇ ਵਿੱਚ ਵੀ ਕੁਛ ਕੁ ਮਤਲਬ ਬਰਡਸ ਸਪੋਰਸ ਵਗੈਰਾ ਹੁੰਦੇ ਆ, ਇੰਟਰਨੋਡਸ ਹੁੰਦੇ ਆ, ਉਹ ਇੰਟਰਨੋਡ ਵਿੱਚੋਂ ਨਿਊ ਰੂਟਸ ਬਰਡਸ ਵਗੈਰਾ ਡਿਵੈਲਪ ਹੁੰਦੀਆਂ ਰਹਿੰਦੀਆਂ, ਠੀਕ ਹੈ। ਅਤੇ ਜਦੋਂ ਹੀ ਇੰਟਰਨੋਡ ਮਤਲਬ ਬ੍ਰੇਕ ਕਰਦੀ ਹੈ ਅਤੇ ਉਹ ਬ੍ਰੇਕ ਮਤਲਬ ਜਦੋਂ ਟੁੱਟਦੀ ਹੈ ਜਦੋਂ, ਉਹਦੇ ਵਿੱਚੋਂ ਕੀ ਹੈ ਬਰਡਸ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਆ ਅਤੇ ਬਰਡਸ ਹੌਲੀ ਹੌਲੀ ਇੱਦਾਂ ਕਰਕੇ ਨਿਊ ਪਲਾਂਟ ਨੂੰ ਗਰੋ ਕਰਨਾ ਸ਼ੁਰੂ ਕਰ ਦਿੰਦੇ ਆ, ਜਿਵੇਂ ਕਿ ਗਰਾਸ ਜਾਂ ਸਟ੍ਰਾਬੇਰੀ ਹੈ, ਇਹ ਇੱਦਾਂ ਹੀ ਰਨਰਸ ਥਰੂ ਪ੍ਰੋਡਿਊਸ ਹੁੰਦੀ ਹੈ, ਠੀਕ ਹੈ। ਨੈਕਸਟ ਆ ਗਿਆ ਬਾਈ ਲੀਫ। ਕਈ ਜਿਹੜੇ ਪਲਾਂਟਸ ਹੁੰਦੇ ਆ ਉਹ ਵੈਜੀਟੇਟਿਵ ਪ੍ਰੋਪਾਗੇਸ਼ਨ ਸ਼ੋ ਕਰਦੇ ਆ ਬਾਈ ਲੀਵਸ। ਕਈ ਪਲਾਂਟਸ ਜਿਵੇਂ ਕਿ ਐਡਵੈਂਟੇਜੀਅਸ ਬਰਡਸ, ਮਤਲਬ ਇਹਨਾਂ ਦੇ ਮਾਰਜਨ ਦੇ ਉੱਪਰ ਨਾ ਇੱਦਾਂ ਮਤਲਬ ਕੰਡਿਆਂ ਦੇ ਟਾਈਪ ਬਰਡਸ ਲੱਗੇ ਹੁੰਦੇ ਆ, ਅਤੇ ਇਹ ਬਰਡਸ ਕੀ ਹੈ ਪਹਿਲਾਂ ਤਾਂ ਸਮੋਲ ਪਲੇਟਲੈਟਸ ਹੁੰਦੇ ਆ, ਪਲਾਂਟਲੈਟਸ ਹੁੰਦੇ ਆ, ਸਮੋਲ ਬਿਲਕੁਲ ਛੋਟੇ ਛੋਟੇ ਹੁੰਦੇ ਆ, ਅਤੇ ਜਦੋਂ ਜਦੋਂ ਹੌਲੀ ਹੌਲੀ ਮਤਲਬ ਰੀਪਰੋਡਿਊਸ ਕਰਦੇ ਆ ਤਾਂ ਬਾਅਦ ਵਿੱਚ ਕੀ ਹੁੰਦੀ ਹੈ ਜਦੋਂ ਇਹ ਪਲਾਂਟ ਤੋਂ ਸੈਪਰੇਟ ਕਰਨਾ ਸ਼ੁਰੂ ਕਰਦੇ ਆ, ਇਹ ਹੈਗੇ ਆ ਜਿਹੜੇ ਰੂਟਸ ਵਿੱਚ ਜਾਣਾ ਸ਼ੁਰੂ ਹੋ ਜਾਂਦੇ ਆ ਅਤੇ ਰੂਟਸ ਵਿੱਚ ਜਾ ਕੇ ਹੌਲੀ ਹੌਲੀ ਇੱਕ ਨਵਾਂ ਪਲਾਂਟ ਨੂੰ ਗਰੋ ਕਰਨਾ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਜਿਵੇਂ ਕਿ ਬਾਇਰੋਫਾਈਲਮ ਅਤੇ ਬੈਗਿਓਨਾ, ਇਹ ਸਾਰੇ ਲੀਵਸ ਥਰੂ ਰੀਪਰੋਡਿਊਸ ਹੁੰਦੇ ਆ। ਨੈਕਸਟ ਆ ਗਿਆ ਆਰਟੀਫਿਸ਼ੀਅਲ ਵੈਜੀਟੇਟਿਵ ਪ੍ਰੋਪਾਗੇਸ਼ਨ। ਇਹ ਤਾਂ ਸਾਰੇ ਆਪਾਂ ਪੜ੍ਹੇ ਸੀ ਨੈਚੁਰਲ ਮੈਥਡਸ, ਜਿਹਦੇ ਵਿੱਚ ਸਟੈਮ, ਰੂਟਸ ਅਤੇ ਲੀਵਸ ਆ ਗਿਆ। ਆਪਾਂ ਕੀ ਹੈ ਆਰਟੀਫਿਸ਼ੀਅਲ ਵੇ ਨਾਲ ਵੀ ਵੈਜੀਟੇਟਿਵ ਪ੍ਰੋਪਾਗੇਸ਼ਨ ਕਰ ਸਕਦੇ ਹਾਂ, ਵੀ ਆਪਾਂ ਇੱਕ ਨਿਊ ਪਲਾਂਟ ਨੂੰ ਰੀਪਰੋਡਿਊਸ ਕਰ ਸਕਦੇ ਹਾਂ ਆਰਟੀਫਿਸ਼ੀਅਲ ਮੈਥਡ ਨਾਲ, ਠੀਕ ਹੈ। ਤਾਂ ਉਹਨੂੰ ਆਪਾਂ ਬੋਲਦੇ ਹਾਂ ਆਰਟੀਫਿਸ਼ੀਅਲ ਵੈਜੀਟੇਟਿਵ ਪ੍ਰੋਪਾਗੇਸ਼ਨ। ਅਤੇ ਆਰਟੀਫਿਸ਼ੀਅਲ ਮੈਥਡ ਜਿਹੜਾ ਹੁੰਦਾ ਫਾਸਟ ਮੈਥਡ ਹੁੰਦਾ ਰੀਪਰੋਡਕਸ਼ਨ ਦਾ ਐਜ਼ ਕੰਪੇਅਰ ਟੂ ਨੈਚੁਰਲ ਮੈਥਡ, ਠੀਕ ਹੈ। ਆਰਟੀਫਿਸ਼ੀਅਲ 'ਚ ਕੀ ਕੁਛ ਆ ਜਾਊਗਾ? ਕਟਿੰਗ, ਲੇਅਰਿੰਗ ਐਂਡ ਗ੍ਰਾਫਟਿੰਗ, ਠੀਕ ਹੈ। ਤਿੰਨੋਂ ਜਿਹੜੇ ਹੁੰਦੇ ਆ ਆਰਟੀਫਿਸ਼ੀਅਲ ਮੈਥਡਸ ਹੈ। ਕਟਿੰਗ ਵਿੱਚ ਕੀ ਹੁੰਦਾ ਹੈ? ਇਸ ਮੈਥਡ ਵਿੱਚ ਜਿਹੜਾ ਸਟੈਮ ਹੁੰਦਾ ਹੈ, ਮਤਲਬ ਇੱਕ ਸਟੈਮ ਲੈਂਦੇ ਆ ਜਿਹਦੇ ਵਿੱਚ ਬਰਡ ਲੱਗੇ ਹੁੰਦੇ ਆ, ਇੱਕ ਪਲਾਂਟ ਲੈਣਗੇ, ਪਲਾਂਟ ਦੇ ਸਟੈਮ ਕੱਟ ਲੈਣਗੇ, ਸਟੈਮ ਦੇ ਵਿੱਚ ਕੀ ਹੋਣਗੇ? ਬਰਡਸ ਹੋਣਗੇ। ਉਹਨੂੰ ਲੌਂਗ ਪੀਸ ਵਿੱਚ ਕੱਟ ਲਿਆ, ਫਿਰ ਉਹਨੂੰ ਕੀ ਕਰਨਾ ਹੈ? ਉਹਨੂੰ ਓਬਲੀਕਲੀ ਮਤਲਬ ਥੋੜ੍ਹਾ ਟੇਢਾ ਕਰਕੇ ਥੋੜ੍ਹੇ ਐਂਗਲ 'ਤੇ ਮੋਇਸਟ ਸੋਇਲ ਵਿੱਚ ਪਲਾਂਟ ਕਰ ਦੇਣਾ, ਠੀਕ ਹੈ। ਆਫਟਰ ਫਿਊ ਡੇਜ਼ ਆਪਾਂ ਕੀ ਦੇਖਾਂਗੇ? ਜਿਹੜੀਆਂ ਉਹਦੀਆਂ ਰੂਟਸ ਹੈ ਅਤੇ ਸ਼ੂਟਸ ਹੈ ਹੌਲੀ ਹੌਲੀ ਮਤਲਬ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਣਗੀਆਂ, ਡਿਵੈਲਪ ਹੋ ਕੇ ਇੱਕ ਨਵਾਂ ਪਲਾਂਟ ਗਰੋ ਕਰਨਾ ਸ਼ੁਰੂ ਹੋ ਜਾਊਗਾ, ਠੀਕ ਹੈ, ਨਿਊ ਪਲਾਂਟ ਬਣਨਾ ਸ਼ੁਰੂ ਹੋ ਜਾਊਗਾ। ਸਟੈਮ ਕਟਿੰਗ ਜਿਹੜੀ ਹੁੰਦੀ ਹੈ ਉਹ ਮੇਨਲੀ ਰੋਜ਼, ਸ਼ੂਗਰ ਕੇਨ, ਚਾਈਨਾ ਰੋਜ਼, ਲੈਮਨ, ਇਹ ਸਾਰੇ ਜਿਹੜੇ ਪਲਾਂਟਸ ਹੈ ਇਹ ਮੇਨਲੀ ਕਟਿੰਗ ਦੇ ਮਤਲਬ ਮੈਥਡ ਨਾਲ ਵੈਜੀਟੇਟਿਵ ਪ੍ਰੋਪਾਗੇਸ਼ਨ ਬਾਈ ਕਟਿੰਗ ਥਰੂ ਹੀ ਰੀਪਰੋਡਿਊਸ ਕਰਦੇ ਆ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਲੇਅਰਿੰਗ। ਲੇਅਰਿੰਗ ਵਿੱਚ ਕੀ ਹੁੰਦਾ ਹੈ? ਲੇਅਰਿੰਗ ਵਿੱਚ ਇੱਕ ਸਮੋਲ ਪੋਰਸ਼ਨ ਆਫ ਦਾ ਮਤਲਬ ਕਿ ਪਲਾਂਟ ਲੈਂਦੇ ਆ, ਇੱਕ ਲੋਅਰ ਬ੍ਰਾਂਚ ਲੈ ਲੈਂਦੇ ਪੋਰਸ਼ਨ ਦੀ, ਮੰਨ ਲਓ ਆਹ ਵਾਲੀ ਬ੍ਰਾਂਚ ਹੈ ਉਹਨੂੰ ਇੱਦਾਂ ਨੀਚੇ ਟਾਈ ਕਰ ਦਿੰਦੇ ਆ, ਮੋਇਸਟ ਸੋਇਲ ਨਾਲ ਟਾਈ ਕਰ ਦਿੰਦੇ ਆ। ਫਿਰ ਕੀ ਹੁੰਦਾ ਹੈ ਕਿ ਜਿਹੜਾ ਐਪੀਕਲ ਪੋਰਸ਼ਨ ਆਫ ਦਾ ਬ੍ਰਾਂਚ, ਜਿਹੜਾ ਬਿਲਕੁਲ ਬ੍ਰਾਂਚ ਦਾ ਐਂਡ ਵਾਲਾ ਪੋਰਸ਼ਨ ਹੁੰਦਾ ਹੈ, ਇੱਥੋਂ ਬਿਲਕੁਲ ਐਂਡ ਵਾਲਾ ਪੋਰਸ਼ਨ ਹੁੰਦਾ ਹੈ, ਉਹ ਐਂਡ ਵਾਲੇ ਪੋਰਸ਼ਨ ਨੂੰ ਤਾਂ ਰੱਖਦੇ ਆ ਏਅਰ ਵਿੱਚ, ਅਤੇ ਬਾਕੀ ਜਿਹੜੀ ਆਹ ਹੁੰਦੀ ਹੈ ਬ੍ਰਾਂਚ ਹੁੰਦੀ ਹੈ ਇਹਦੀ, ਉਹਨੂੰ ਰੱਖਦੇ ਆ ਮਿੱਟੀ ਵਿੱਚ। ਤਾਂ ਕੁਛ ਕੁ ਟਾਈਮ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਰੂਟਸ ਹੁੰਦੇ ਆ ਉਹਦੀਆਂ ਰੂਟਸ ਉੱਗਣੀਆਂ ਸ਼ੁਰੂ ਹੋ ਜਾਂਦੀਆਂ, ਇੱਦਾਂ ਰੂਟਸ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਇਸ ਬ੍ਰਾਂਚ ਦੇ ਵਿੱਚ, ਅਤੇ ਰੂਟਸ ਉੱਗਣ ਤੋਂ ਬਾਅਦ ਕੀ ਇੱਕ ਨਿਊ ਪਲਾਂਟ ਫਾਰਮ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਜਿਵੇਂ ਕਿ ਜੈਸਮੀਨ, ਸਟ੍ਰਾਬੇਰੀ, ਰਸਬੈਰੀ, ਇਹ ਸਾਰੇ ਜਿਹੜੇ ਹੈਗੇ ਆ ਲੇਅਰਿੰਗ ਦੇ ਮੈਥਡ ਨਾਲ ਰੀਪਰੋਡਿਊਸ ਹੁੰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਗ੍ਰਾਫਟਿੰਗ। ਗ੍ਰਾਫਟਿੰਗ ਵਿੱਚ ਕੀ ਕਰਦੇ ਆ? ਇਹਦੇ ਵਿੱਚ ਦੋ ਪਲਾਂਟਸ ਲੈਂਦੇ ਆ, ਦੋ ਪਲਾਂਟਸ ਦੀਆਂ ਸਟੈਮ ਨੂੰ ਕੱਟ ਕਰ ਦਿੰਦੇ ਆ। ਜਿਵੇਂ ਮੰਨ ਲਓ ਦੋ ਪਲਾਂਟਸ ਲਏ, ਇੱਕ ਆਹ ਵਾਲਾ ਪਲਾਂਟ, ਇੱਕ ਆਹ ਵਾਲਾ ਪਲਾਂਟ, ਇਹਦੀ ਸਟੈਮ ਇੱਥੇ ਰੱਖਤੀ, ਇਹਦੀ ਸਟੈਮ ਇੱਥੇ ਰੱਖਤੀ, ਠੀਕ ਹੈ। ਜਿਹੜੀ ਸਟੈਮ ਦੇ ਨਾਲ ਰੂਟਸ ਹੋਣਗੇ, ਮੰਨ ਲਓ ਆਹ ਵਾਲੀ ਸਟੈਮ ਦੇ ਨਾਲ ਰੂਟਸ ਹੈ, ਜਿਹੜੀ ਸਟੈਮ ਦੇ ਨਾਲ ਰੂਟਸ ਹੋਣਗੇ ਉਹਨੂੰ ਆਪਾਂ ਬੋਲਾਂਗੇ ਸਟਾਕ, ਠੀਕ ਹੈ। ਅਤੇ ਜਿਹੜੀ ਵਿਦਾਊਟ ਰੂਟਸ ਹੋਊਗੀ ਉਹਨੂੰ ਬੋਲਾਂਗੇ ਆਪਾਂ ਸਾਈਕਨ। ਆਪਾਂ ਦੋ ਪਲਾਂਟਸ ਲੈਣੇ ਆ, ਦੋ ਪਲਾਂਟਸ ਦੇ ਇੱਕ ਪਲਾਂਟ ਵਿੱਚ ਰੂਟਸ ਹੋਣੇ ਚਾਹੀਦੇ ਆ, ਇੱਕ ਵਿੱਚ ਨਹੀਂ ਹੋਣੇ ਚਾਹੀਦੇ। ਜਿਹਦੇ ਵਿੱਚ ਵੀ ਰੂਟਸ ਹੋਣਗੇ ਉਹ ਹੋਊਗਾ ਸਟਾਕ, ਮੰਨ ਲਓ ਇਹਦੇ 'ਚ ਰੂਟਸ ਹੈਗੇ ਆ, ਇਹ ਹੈਗਾ ਸਟਾਕ, ਉੱਪਰਲਾ ਹੋਊਗਾ ਸਾਈਕਨ, ਠੀਕ ਹੈ। ਜਿਹੜਾ ਸਟਾਕ ਹੁੰਦਾ ਹੈ ਉਹ ਹਮੇਸ਼ਾ ਪਲਾਂਟ ਨੂੰ ਕੀ ਹੈ ਬਿਮਾਰੀਆਂ ਤੋਂ ਬਚਾਉਣ ਲਈ ਹੈਲਪਫੁਲ ਹੁੰਦਾ ਹੈ। ਰੈਜ਼ਿਸਟੈਂਸ ਟੂ ਡਿਜ਼ੀਜ਼ ਮੀਨਸ ਡਿਜ਼ੀਜ਼ ਤੋਂ ਬਚਾਉਂਦਾ, ਠੀਕ ਹੈ। ਇਹਦੀਆਂ ਰੂਟ ਜਿਹੜੀਆਂ ਹੁੰਦੀਆਂ ਡੀਪ ਰੂਟਸ ਹੁੰਦੀਆਂ, ਉਹ ਵਾਟਰ ਅਤੇ ਮਿਨਰਲਸ ਨੂੰ ਕੀ ਹੈ ਉੱਪਰ ਖਿੱਚਣ ਲਈ ਹੈਲਪਫੁਲ ਹੁੰਦੀਆਂ। ਅਤੇ ਜਿਹੜਾ ਸਾਈਕਨ ਹੁੰਦਾ, ਜਿਹੜੀ ਆਹ ਵਾਲੀ ਚੀਜ਼ ਸਾਈਕਨ ਹੈ, ਇਹ ਸਾਈਕਨ ਕੀ ਹੈ? ਇੱਕ ਉੱਦਾਂ ਦਾ ਪਾਰਟ ਹੁੰਦਾ ਪਲਾਂਟ ਦਾ ਜਿਹੜਾ ਲਾਰਜ ਸਾਈਜ਼ ਦਾ ਹੁੰਦਾ, ਆਪਾਂ ਲਾਰਜ ਸਾਈਜ਼ ਲੈਂਦੇ ਹਾਂ ਇਹਦਾ,
ਤੇ ਜੋ ਵੀ ਇਹਦੇ ਵਿੱਚ ਮਤਲਬ ਨਿਊਟ੍ਰੀਸ਼ੀਅਸ ਫਰੂਟਸ ਵਗੈਰਾ ਉਹ ਇਹਦੇ ਸਾਈਕਲ ਵਿੱਚ ਪ੍ਰੈਜ਼ੈਂਟ ਹੋਣਗੇ। ਪਹਿਲੀ ਵਿੱਚ ਰੂਟਸ ਪ੍ਰੈਜ਼ੈਂਟ ਹੋਣਗੇ, ਦੂਜੀ ਵਿੱਚ ਕੀ ਪ੍ਰੈਜ਼ੈਂਟ ਹੋਣਗੇ, ਫਰੂਟਸ ਵਗੈਰਾ, ਠੀਕ ਹੈ। ਫਿਰ ਸਟਾਕ ਤੇ ਸਾਈਕਲ ਨੂੰ ਕੀ ਹੈ ਆਪਾਂ ਓਬਲੀਕਲੀ ਕੱਟ ਕਰਕੇ ਮਤਲਬ ਇੱਥੋਂ ਇੱਦਾਂ ਐਂਗਲ 'ਤੇ ਕੁਛ ਕੱਟ ਕਰਕੇ ਆ ਫਸਟ ਹੈ ਜਿਵੇਂ ਆ ਸੈਕਿੰਡ ਹੈ, ਕੁਛ ਕੁ ਐਂਗਲ 'ਤੇ ਕੱਟ ਕਰਕੇ ਇਹਨਾਂ ਨੂੰ ਜੁਆਇਨ ਕਰ ਦੇਣਾ, ਇਹਨਾਂ ਨੂੰ ਇੱਦਾਂ ਕੱਪੜੇ ਨਾਲ ਕੀ ਹੈ ਬੰਨ੍ਹ ਦੇਣਾ, ਠੀਕ ਹੈ। ਅਤੇ ਸਟਾਕ ਅਤੇ ਸਾਈਕਲ ਨੂੰ ਇੱਕ ਜਾਂ ਤਾਂ ਥਰੈਡ ਯੂਜ਼ ਕਰ ਲਓ ਜਾਂ ਟੇਪ ਯੂਜ਼ ਕਰ ਲਓ, ਉਹਨੂੰ ਚੰਗੀ ਤਰ੍ਹਾਂ ਬੰਨ੍ਹ ਦੇਣਾ। ਉਹਦੇ ਉੱਪਰ ਬਾਅਦ 'ਚੋਂ ਕੀ ਹੈ ਵੈਕਸ ਲਗਾ ਦੇਣੀ ਹੈ, ਉਹਨੂੰ ਬਾਅਦ 'ਚੋਂ ਕਵਰਡ ਵਿਦ ਵੈਕਸ। ਵੈਕਸ ਲਗਾਉਣ ਨਾਲ ਕੀ ਹੋਊਗਾ ਕਿ ਜਿਹੜਾ ਵੀ ਇੱਥੇ ਆਪਾਂ ਟਾਈ ਕੀਤਾ ਹੋਊਗਾ ਉਹ ਮਤਲਬ ਇਨਫੈਕਸ਼ਨ ਵਗੈਰਾ ਉਹਦੇ ਕੋਲ ਨਹੀਂ ਆਉਣਗੀਆਂ, ਠੀਕ ਹੈ। ਫਿਰ ਉਹਨੂੰ ਆਪਾਂ ਕੀ ਹੈ ਪਲਾਂਟ ਕਰ ਦੇਣਾ, ਹੋਰ ਮਿੱਟੀ ਵਿੱਚ ਉਹਨੂੰ ਦਬਾ ਦੇਣਾ। ਕੁਛ ਕੁ ਦਿਨ ਬਾਅਦ ਵੇਖਾਂਗੇ ਕਿ ਜਿਹੜਾ ਸਾਈਕਲ ਅਤੇ ਜਿਹੜਾ ਸਟਾਕ ਹੈ ਦੋਨੇ ਮਰਜ ਹੋਏ ਹੋਣਗੇ, ਦੋਨੋਂ ਇਕੱਠੇ ਹੋ ਜਾਣਗੇ ਇੱਦਾਂ ਕਰਕੇ, ਠੀਕ ਹੈ। ਦੋਨੋਂ ਇਕੱਠੇ ਹੋਣ 'ਤੇ ਕੀ ਹੈ ਹੌਲੀ ਹੌਲੀ ਫਿਰ ਨਿਊ ਪਲਾਂਟ ਨੂੰ ਗਰੋ ਕਰਨਾ ਸ਼ੁਰੂ ਕਰ ਜਾਂਦੇ ਆ। ਜਿਵੇਂ ਮੈਂਗੋ, ਗਾਵਾ, ਐਪਲ, ਇਹ ਸਾਰੇ ਕੀ ਹੈ ਗ੍ਰਾਫਟਿੰਗ ਦੇ ਥਰੂ ਰੀਪਰੋਡਿਊਸ ਹੁੰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਟਿਸ਼ੂ ਕਲਚਰ। ਟਿਸ਼ੂ ਕਲਚਰ ਇੱਕ ਇੱਦਾਂ ਦੀ ਟੈਕਨੀਕ ਹੈ ਵੈਜੀਟੇਟਿਵ ਪ੍ਰੋਪਾਗੇਸ਼ਨ ਦੀ ਜਿਹੜੀ ਆਰਟੀਫਿਸ਼ੀਅਲੀ ਹੁੰਦੀ ਹੈ, ਪਰ ਇਹ ਹੁੰਦੀ ਹੈ ਲੈਬੋਰਟਰੀ ਦੇ ਵਿੱਚ, ਠੀਕ ਹੈ। ਇਹ ਸਾਰਾ ਕੁਛ ਗ੍ਰਾਫਟਿੰਗ ਲੇਅਰਿੰਗ ਤਾਂ ਆਪਾਂ ਮਤਲਬ ਕਿ ਇੱਕ ਸਰਫੇਸ 'ਤੇ ਕਰ ਰਹੇ ਸੀ ਨਾ, ਬਟ ਟਿਸ਼ੂ ਕਲਚਰ ਆਪਾਂ ਲੈਬੋਰਟਰੀ ਵਿੱਚ ਕਰਦੇ ਹਾਂ। ਇਹ ਮੈਥਡ ਨੂੰ ਆਪਾਂ ਮਾਈਕਰੋ ਪ੍ਰੋਪਾਗੇਸ਼ਨ ਵੀ ਕਹਿੰਦੇ ਹਾਂ। ਮਾਈਕਰੋ ਪ੍ਰੋਪਾਗੇਸ਼ਨ ਕਿਵੇਂ, ਮਤਲਬ ਆਪਾਂ ਇਹ 'ਚ ਕੀ ਕਰਦੇ ਹਾਂ ਗਰੋਇੰਗ ਪਾਰਟ ਆਫ ਪਲਾਂਟ ਦੀ, ਕੋਈ ਇੱਕ ਪਲਾਂਟ ਜਿਹੜਾ ਗਰੋ ਕਰ ਰਿਹਾ ਸੀ ਉਹਦੇ ਆਪਾਂ ਸਮੋਲ ਪਾਰਟ ਆਫ ਟਿਸ਼ੂ ਲੈਣੇ ਸ਼ੁਰੂ ਕਰਤੇ। ਜਿਵੇਂ ਕਿ ਮੰਨ ਲਓ ਕੋਈ ਇੱਕ ਬਡ ਲੈ ਲਿਆ, ਕੋਈ ਸ਼ੂਟ ਐਪੈਕਸ ਲੈ ਲਿਆ, ਠੀਕ ਹੈ। ਉਹ ਸਾਰੇ ਮਤਲਬ ਆਪਾਂ ਲਏ ਅਤੇ ਇਹਨਾਂ ਪਾਰਟਸ ਨੂੰ ਆਪਾਂ ਐਕਸਪਲਾਂਟਸ ਬੋਲਦੇ ਹਾਂ, ਠੀਕ ਹੈ। ਐਕਸਪਲਾਂਟਸ ਲੈ ਕੇ ਉਹਨਾਂ ਨੂੰ ਫਿਰ ਲੈਬੋਰਟਰੀ ਦੇ ਵਿੱਚ ਕੀ ਹੈ ਰੀਪਰੋਡਿਊਸ ਕਰਦੇ ਆ। ਜਿਵੇਂ ਕਿ ਔਰਨਾਮੈਂਟਲ ਪਲਾਂਟਸ, ਔਰਕਿਡ ਵਗੈਰਾ ਕੀ ਹੈ ਇੱਦਾਂ ਹੀ ਲੈਬੋਰਟਰੀ ਵਿੱਚ ਮਾਈਕਰੋ ਪ੍ਰੋਪਾਗੇਸ਼ਨ ਦੇ ਥਰੂ ਰੀਪਰੋਡਿਊਸ ਕਰਦਾ, ਠੀਕ ਹੈ। ਹੁਣ ਕੀ ਮੈਥਡਸ ਹੈ, ਇਹ ਕਿਵੇਂ ਮਤਲਬ ਮਾਈਕਰੋ ਪ੍ਰੋਪਾਗੇਸ਼ਨ ਕਰਦੇ ਆ। ਇੱਕ ਜਿਹੜਾ ਸਮੋਲ ਸੈਂਪਲ ਹੁੰਦਾ ਟਿਸ਼ੂ ਦਾ, ਇੱਕ ਪਲਾਂਟ ਦੇ ਵਿੱਚੋਂ ਮੰਨ ਲਓ ਉਹਦੇ ਬਡ ਤੋਂ ਇੱਕ ਸਮੋਲ ਸੈਂਪਲ ਲੈ ਲਿਆ ਟਿਸ਼ੂ ਦਾ, ਠੀਕ ਹੈ। ਬਾਅਦ ਵਿੱਚ ਕੀ ਉਹਨੂੰ ਨਿਊਟ੍ਰੀਸ਼ਨ ਮੀਡੀਅਮ ਦੇ ਵਿੱਚ ਪਾ ਦਿੰਦੇ ਆ, ਇੱਕ ਉਹਨੂੰ ਨਿਊਟਰੀਐਂਟ ਮੀਡੀਅਮ ਦੇ ਵਿੱਚ ਪਾਉਂਦੇ ਆ। ਹੌਲੀ ਹੌਲੀ ਜਿਹੜਾ ਸੈੱਲ ਹੈ ਉਹ ਮਤਲਬ ਗਰੋ ਕਰਨਾ ਸ਼ੁਰੂ ਹੋ ਜਾਂਦਾ ਹੈ। ਗਰੋ ਕਰਕੇ ਉਹ ਅਨਡਿਫਰੈਂਸ਼ੀਏਟਡ ਮਾਸ ਮਤਲਬ ਉਹਦੇ ਉੱਪਰ ਇੱਕ ਹੋਰ ਮਾਸ ਜੁੜਨਾ ਸ਼ੁਰੂ ਹੋ ਜਾਂਦਾ, ਥੋੜ੍ਹਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਵੱਡਾ ਹੋ ਜਾਂਦਾ ਉਹਨੂੰ ਆਪਾਂ ਬੋਲਦੇ ਹਾਂ ਕੈਲਕਸ, ਠੀਕ ਹੈ। ਇਹਨੂੰ ਬਾਅਦ 'ਚੋਂ ਆਪਾਂ ਮੇਨਟੇਨ ਕਰਕੇ ਰੱਖਦੇ ਹਾਂ ਤਾਂ ਜੋ ਕਿ ਥੋੜ੍ਹਾ ਹੋਰ ਇਹ ਵੱਡਾ ਹੋ ਜੇ, ਕੁਛ ਲੌਂਗ ਟਾਈਮ ਪੀਰੀਅਡ ਲਈ ਥੋੜ੍ਹਾ ਹੋਰ ਇਹਨੂੰ ਸੰਭਾਲ ਕੇ ਰੱਖਦੇ ਆ। ਫਿਰ ਜਿਹੜਾ ਸਮੋਲ ਪੋਰਸ਼ਨ ਹੁੰਦਾ ਕੈਲਕਸ ਦਾ ਕੁਛ ਕੁ ਸਮੋਲ ਪੋਰਸ਼ਨ ਕੀ ਹੈ ਉਹਨੂੰ ਇੱਕ ਮੀਡੀਅਮ ਦੇ ਵਿੱਚ ਪਾ ਦਿੰਦੇ ਆ। ਇਹ ਮੀਡੀਅਮ ਦੇ ਵਿੱਚ ਕੁਛ ਨਾ ਸਪੈਸੀਫਿਕ ਹਾਰਮੋਨਸ ਵਗੈਰਾ ਹੁੰਦੇ ਆ ਜੋ ਪਲਾਂਟ ਨੂੰ ਰੀਪਰੋਡਿਊਸ ਕਰਨ ਵਿੱਚ ਹੈਲਪਫੁਲ ਹੁੰਦੇ ਆ, ਠੀਕ ਹੈ। ਫਿਰ ਕੈਲਕਸ ਕੀ ਹੈ ਹੌਲੀ ਹੌਲੀ ਜਿਹੜੇ ਹੈਗੇ ਆ ਪਲਾਂਟਲੇਟਸ ਵਿੱਚ ਕੀ ਹੈ ਕਨਵਰਟ ਹੋਣਾ ਸ਼ੁਰੂ ਹੋ ਜਾਂਦਾ। ਮਤਲਬ 4 to 6 ਵੀਕਸ ਬਾਅਦ ਜਿਹੜਾ ਇਹ ਹੈਗਾ ਇੱਕ ਵਧੀਆ ਪਲਾਂਟ ਉੱਗਣਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ, ਠੀਕ ਹੈ। ਨੈਕਸਟ ਆ ਗਿਆ ਐਡਵਾਂਟੇਜਸ ਆਫ ਪਲਾਂਟ ਟਿਸ਼ੂ ਕਲਚਰ। ਹੁਣ ਇਹ ਪਲਾਂਟ ਟਿਸ਼ੂ ਕਲਚਰ ਜਿਹੜਾ ਆਪਾਂ ਲੈਬੋਰਟਰੀ ਪ੍ਰੈਪਰੇਸ਼ਨ ਕੀਤੀ ਹੈ ਇਹਦੀ ਕੀ ਯੂਜ਼ ਹੈ, ਕੀ ਐਡਵਾਂਟੇਜਸ ਹੈ ਇਹਦੀ ਵੀ ਬਹੁਤ ਸਾਰੇ ਜਿਹੜੇ ਪਲਾਂਟ ਹੈ ਉਹ ਬਿਲਕੁਲ ਸਮੋਲ ਮਾਸ ਲਓ ਪੈਰੈਂਟ ਪਲਾਂਟ ਦਾ, ਬਿਲਕੁਲ ਜਿਹੜਾ ਪੈਰੈਂਟ ਪਲਾਂਟ ਹੈ ਵਧੀਆ ਪਲਾਂਟ ਹੈ ਉਹਦਾ ਛੋਟਾ ਜਿਹਾ ਬਸ ਇੱਕ ਬਡ ਲਓ, ਉਹਦੇ ਥਰੂ ਹੀ ਆਪਾਂ ਕੀ ਇੱਕ ਨਿਊ ਪਲਾਂਟ ਨੂੰ ਗਰੋ ਕਰਵਾ ਸਕਦੇ ਹਾਂ। ਇਟ ਇਜ਼ ਅ ਰੈਪਿਡ ਪ੍ਰੋਪਾਗੇਸ਼ਨ ਪ੍ਰੋਸੈਸ। ਇਹ ਮਤਲਬ ਕਿ ਬਹੁਤ ਜਲਦੀ ਹੋ ਜਾਂਦਾ ਹੈ, ਥੋੜ੍ਹਾ ਘੱਟ ਟਾਈਮ ਲੈਂਦਾ ਐਜ਼ ਕੰਪੇਅਰ ਟੂ ਨੈਚੁਰਲ ਵੈਜੀਟੇਟਿਵ ਪ੍ਰੋਪਾਗੇਸ਼ਨ। ਵੈਰੀ ਸਮੋਲ ਐਕਸਪਲਾਂਟਸ ਆਰ ਯੂਜ਼ਡ। ਇਹਦੇ ਵਿੱਚ ਆਪਾਂ ਬਹੁਤ ਛੋਟਾ ਐਕਸਪਲਾਂਟ ਯੂਜ਼ ਕਰਦੇ ਹਾਂ ਪ੍ਰੋਪਾਗੇਸ਼ਨ ਲਈ। ਐਕਸਪਲਾਂਟ ਕੀ ਸੀ, ਜਿਹੜੇ ਆਪਾਂ ਬਡ, ਸ਼ੂਟ, ਰੂਟਸ ਵਗੈਰਾ ਲੈ ਰਹੇ ਸੀ ਨਵੇਂ ਪਲਾਂਟ ਨੂੰ ਗਰੋ ਕਰਵਾਉਣ ਲਈ। ਜਿਹੜਾ ਪਲਾਂਟ ਹੁਣ ਇਹਦੇ ਬਣਿਆ ਪਲਾਂਟ ਟਿਸ਼ੂ ਕਲਚਰ ਕਰਕੇ ਜਿਹੜਾ ਪਲਾਂਟ ਨਿਊ ਬਣਿਆ ਉਹ ਡਿਜ਼ੀਜ਼ ਫਰੀ ਹੁੰਦਾ, ਉਹਦੇ ਵਿੱਚ ਕੋਈ ਬਿਮਾਰੀ ਵਗੈਰਾ ਨਹੀਂ ਹੁੰਦੀ। ਅਤੇ ਇਹਨੂੰ ਆਪਾਂ ਕੀ ਹੈ ਕਿਸੇ ਵੀ ਟਾਈਮ ਆਫ ਦਾ ਈਅਰ, ਕੋਈ ਇੱਦਾਂ ਨਹੀਂ ਕਿ ਹੁਣ ਸਰਦੀਆਂ 'ਚ ਉੱਗੂਗਾ ਜਾਂ ਗਰਮੀਆਂ 'ਚ ਉੱਗੂਗਾ, ਉਹ ਕਿਸੇ ਵੀ ਟਾਈਮ ਪੀਰੀਅਡ ਆਫ ਦਾ ਈਅਰ ਵਿੱਚ ਉੱਗ ਸਕਦਾ, ਠੀਕ ਹੈ। ਬਟ ਡਿਸਐਡਵਾਂਟੇਜਸ ਕੀ ਹੈ, ਇਹਦੀ ਜਿਹੜੀ ਪ੍ਰੋਡਕਸ਼ਨ ਦੀ ਕੋਸਟ ਆ ਉਹ ਕਾਫੀ ਹਾਈ ਹੁੰਦੀ ਹੈ, ਮਤਲਬ ਕਾਫੀ ਖਰਚਾ ਹੋ ਜਾਂਦਾ ਸਾਰਾ ਕੁਛ ਕਰਨ ਲਈ। ਅਤੇ ਇਹ ਜਿਹੜਾ ਹੁੰਦਾ ਸਾਰੇ ਸਪੀਸੀਜ਼ ਆਫ ਪਲਾਂਟ ਲਈ ਐਪਲੀਕੇਬਲ ਨਹੀਂ ਹੁੰਦਾ, ਸਿਰਫ ਕੁਛ ਕੁ ਸਪੀਸੀਜ਼ ਆਫ ਪਲਾਂਟ ਹੈ ਜਿਹਦੇ ਕਰਕੇ ਹੋ ਜਾਂਦਾ, ਬਾਕੀ ਸਾਰੇ ਸਪੀਸੀਜ਼ ਆਫ ਪਲਾਂਟ ਗਰੋ ਇੱਦਾਂ ਨਹੀਂ ਹੋ ਸਕਦੇ।